ਸਤ ਸੰਗਤ ਜੀ, ਪਿਆਰ ਨਾਲ ਬੋਲੋ ਧੰਨ ਨਿਰੰਕਾਰ। ਆਓ ਸੰਤ ਜੀ ਨੂੰ ਗੁਰਮੁਖੋ। ਬਹੁਤ ਸੋਹਣਾ ਸੁੰਦਰ ਸੁਹਾਨਾ ਸਮਾਂ ਸੱਚੇ ਪਾਤਸ਼ਾਹ ਨੇ ਬਖਸ਼ਿਆ। ਸੰਤਾਂ ਦਾ ਸੰਗ, ਪੱਕਿਆਂ ਦਾ ਸੰਗ, ਸਤਸੰਗ ਮਿਲ ਰਹੀ ਹੈ। ਕਿਉਂਕਿ ਜਿਵੇਂ ਲਿਖਿਆ ਹੈ, ਪਹਿਲੀ ਭਗਤੀ ਸੰਤਨ ਕਰ ਸੰਗਾ। ਸੱਚੇ ਪਾਤਸ਼ਾਹ ਨੇ ਬ੍ਰਹਮ ਗਿਆਨ ਦੇ ਕੇ, ਇਸ ਬ੍ਰਹਮ ਨੂੰ ਜਣਾ ਕੇ, ਪਰਮਾਤਮਾ ਦੀ ਪਹਿਚਾਣ ਕਰਵਾ ਕੇ, ਅੰਦਰ ਗਿਆਨ ਦਾ ਲੋ ਦੀਵਾ ਜਗਾ ਕੇ, ਸਤਿਗੁਰੂ ਗਿਆਨ ਬਾਲਿਆ ਘੱਟ ਚਾਨਣ, ਅਗਿਆਨ ਹਨੇਰਾ ਗਵਾਇਆ। ਇਹ ਗੁਰੂ ਦਾ ਕੰਮ ਹੈ। ਗਿਆਨ ਦਾ ਦੀਵਾ ਬਾਲ ਕੇ ਅਗਿਆਨਤਾ ਖਤਮ ਕਰਤੀ, ਭੁਲੇਖੇ ਦੂਰ ਕਰਤੇ, ਭਰਮ ਦੂਰ ਹੋ ਗਏ। ਔਰ ਫਿਰ ਤਿੰਨ ਕੰਮ: ਸਤਸੰਗ, ਸੇਵਾ, ਸਿਮਰਨ। ਹਰ ਵੇਲੇ ਸਤਸੰਗ ਕਰਨੀ, ਸਿਮਰਨ ਚਲਦੇ ਫਿਰਦੇ, ਉੱਠਦੇ ਬਹਿੰਦੇ, ਖਾਂਦੇ ਪੀਂਦੇ, ਇਹਦਾ ਧਿਆਨ। ਔਰ ਸੇਵਾ ਤਨ ਦੀ, ਮਨ ਦੀ, ਧਨ ਦੀ, ਜਿੱਥੇ ਜੋ ਮਿਲ ਜੇ, ਜਿੰਨੀ ਵੀ ਹੋ ਸਕੇ, ਨਿਸ਼ਕਾਮ ਭਾਵਨਾ ਨਾਲ, ਕੋਈ ਕਾਮਨਾ ਰੱਖ ਕੇ ਨਹੀਂ। ਸੰਤੋ ਭਗਤੀ ਵਿੱਚ ਬੰਧਨ ਬੜੇ ਆ, ਤਾਂ ਹੀ ਭਗਤੀ ਔਖੀ ਕਹੀ ਹੈ। ਬੜੇ ਬੰਧਨ, ਸੌਖੀ ਨਹੀਂ ਹੈ ਭਗਤੀ। ਹਾਂ, ਜਿਹੜਾ ਇਸ ਮਾਰਗ 'ਤੇ ਚੱਲ ਪਿਆ, ਜਿਹਨੂੰ ਇਸ਼ਕ ਲੱਗ ਗਿਆ ਸੱਚਾ, ਉਹ ਫਿਰ ਇਹਨੂੰ ਸੌਖੀ ਸਮਝਦਾ ਹੈ। ਉਹਦੇ ਵਾਸਤੇ ਕੋਈ ਔਖੀ ਨਹੀਂ। ਕਿਉਂਕਿ ਸੰਸਾਰ ਵਿੱਚ ਰਹਿ ਕੇ ਭਗਤੀ ਤਿਆਗ ਦੀ ਹੈ। ਸਮਾਜ 'ਚ, ਸੰਸਾਰ 'ਚ ਰਹਿ ਕੇ ਤਿਆਗ ਕਰਨਾ ਬੜਾ ਔਖਾ ਹੈ। ਸਭ ਤੋਂ ਵੱਡੀ ਗੱਲ ਤਾਂ ਮੈਂ ਹੀ ਨਹੀਂ ਮਿਟਦੀ। ਜਿਹੜੇ ਕੰਮ ਕਰੋ, ਲੋਭ ਮੋਹ ਹੰਕਾਰ ਪੰਜ ਚੋਰ ਲੱਗੇ, ਇਹ ਨਹੀਂ ਕਿਹੜਾ ਛੱਡਦੇ। ਲਾਲਸਾਵਾਂ, ਤ੍ਰਿਸ਼ਨਾਵਾਂ, ਆਸ਼ਾਵਾਂ ਜਿਹੜੀਆਂ ਬੰਦੇ ਦੀਆਂ, ਉਹ ਨਹੀਂ ਮੁੱਕਦੀਆਂ। ਕਿਤੇ ਨਾ ਕਿਤੇ ਕੋਈ ਨਾ ਕੋਈ ਇੱਕ ਅੱਧੀ ਪੂਰੀ ਹੁੰਦੀ ਹੈ, ਨਾਲ ਚਾਰ ਹੋਰ ਉੱਠ ਜਾਂਦੀਆਂ ਨੇ। ਔਰ ਸੰਸਾਰ, ਇਹ ਮਾਇਆ, ਇਹ ਲਪੇਟਦੀ ਹੈ, ਮੱਕੜੀ ਵਾਲਾ ਜਾਲ ਹੈ। ਉਹ ਸਾਰੇ ਬੰਦੇ ਨੂੰ ਤੋੜਦੇ ਨੇ। ਬਾਬਾ ਫਰੀਦ ਜੀ ਵੀ ਜਿਵੇਂ ਕਹਿੰਦੇ ਨੇ ਕਿ ਵਾਕਿਆ ਹੀ ਇਹਨੂੰ ਫਸਾਉਣ ਵਾਲੇ 50 ਨੇ। ਲਿਖਿਆ ਉਹਨਾਂ ਨੇ ਕਿ ਸਰਵਰ ਪੰਖੀ ਹੇਕੜੋ, ਫਾਹੀ ਵਾਲ 50। ਕਹਿੰਦੇ ਪੰਛੀ ਤਾਂ ਇੱਕ ਹੈ, ਅਤੇ ਉਹਨੂੰ ਫਸਾਉਣ ਵਾਲੇ ਜਿਹੜੇ ਸ਼ਿਕਾਰੀ ਆ ਉਹ 50 ਹੈ। ਭਾਵ ਕਿ ਇਹ ਆਤਮਾ, ਇਹ ਜਿਹੜੀ ਇਸ ਸੰਸਾਰ ਦੇ ਵਿੱਚ ਆਈ ਹੈ, ਇਹਨੂੰ ਤੋੜਨ ਵਾਲੇ, ਫਸਾਉਣ ਵਾਲੇ ਵਾਧੂ ਹੈ। ਇਹ ਇਕੱਲੀ ਆਤਮਾ ਹੈ। ਇਹ ਤਨ ਗਹਿਰੀ ਗੜ ਥੀ ਆ। ਹੁਣ ਬਾਬਾ ਫਰੀਦ ਜੀ ਕਹਿੰਦੇ ਜਿਹੜਾ ਇਹ ਮਨ ਜਿਹੜਾ ਹੈ, ਗਹਿਰੀ ਗੜ ਥੀ, ਗਹਿਰਾ ਫਸ ਗਿਆ ਇਹਦੇ ਵਿੱਚ। ਅਬ ਸੱਚੇ ਤੇਰੀ ਆਸ, ਹੁਣ ਤੂੰ ਹੀ ਬਚਾ ਸਕਦਾ ਇਹਨੂੰ। ਸੋ ਭਾਵ ਹੈ ਕਿ ਇਹ ਜਿਹੜਾ ਮਨ ਹੈ ਨਾ, ਇਹ ਫਸ ਜਾਂਦਾ ਮਾਇਆ 'ਚ, ਉਲਝ ਜਾਂਦਾ। ਫਿਰ ਤੇਰੀ ਕਿਰਪਾ ਹੋਵੇ ਸੱਚੇ ਪਾਤਸ਼ਾਹ, ਤੂੰ ਹੀ ਬਚਾ ਸਕਦਾ। ਉਹ ਇੱਕ ਤਾਂ ਹੋਰ ਲਿਖਿਆ ਉਹਨਾਂ ਕਿ ਦਾਤਾ ਸਾਹਿਬਾਂ ਸੰਦੀਆਂ ਕਿਆ ਚੱਲੇ ਤਿਸ ਨਾਲ। ਕਹਿੰਦੇ ਜਿਹੜੇ ਦਾਤਾ ਨਾ, ਇਹ ਭਗਤੀ ਦੀ ਦਾਤ ਜਿਹੜੀ ਹੈ, ਬ੍ਰਹਮ ਗਿਆਨ ਦੀ ਦਾਤ ਹੈ, ਜਿਹੜੀ ਬੰਦਗੀ ਦੀ ਦਾਤ ਹੈ, ਸਿਮਰਨ ਦੀ, ਇਹ ਸੱਚੇ ਪਾਤਸ਼ਾਹ ਤੇਰੀਆਂ ਸਾਹਿਬ ਦੀਆਂ ਨੇ। ਦਾਤਾ ਸਾਹਿਬਾਂ ਸੰਦੀਆਂ ਕਿਆ ਚੱਲੇ ਤਿਸ ਨਾਲ, ਨਾਲ ਤਾਂ ਕੁਝ ਵੀ ਨਹੀਂ ਜਾਣਾ, ਪਰ ਤੇਰੀ ਕਿਰਪਾ ਜਿਹ 'ਤੇ ਹੋ ਜੇ। ਜੀ ਅੱਗੇ ਲਿਖਿਆ, ਇੱਕ ਜਾਗਦੇ ਵੀ ਰਹਿ ਜਾਣ, ਇੱਕ ਨੂੰ ਸੁੱਤਿਆਂ ਦੇ ਵੀ ਉਠਾਲ। ਜਿਨ੍ਹਾਂ ਦੇ ਕਰਮਾਂ 'ਚ ਨਹੀਂ, ਉਹ ਜਾਗਦੇ ਵੀ ਰਹਿ ਜਾਂਦੇ, ਅਤੇ ਜਿਨ੍ਹਾਂ ਦੇ ਕਰਮਾਂ 'ਚ ਸੱਚੇ ਪਾਤਸ਼ਾਹ ਤੂੰ ਉਹਨਾਂ ਨੂੰ ਉਠਾ ਕੇ ਵੀ ਦੇ ਦਿੰਦਾ। ਉੱਠੋ ਸਿਮਰਨ ਕਰੋ, ਟਾਈਮ ਹੋ ਗਿਆ, 4 ਵੱਜ ਗਏ, 3 ਵੱਜ ਗਏ। ਸੋ ਤੇਰੀ ਕਿਰਪਾ ਹੈ ਬਹੁਤ। ਇਹ ਰੱਬੀ ਭਗਤਾਂ ਮਹਾਤਮਾ ਨੇ ਆਪਣੇ ਜੀਵਨ ਦੇ ਤੱਤ ਕੱਢੇ ਹੈ। ਕਬੀਰ ਸਾਹਿਬ ਵੀ ਕਹਿੰਦੇ ਨਾ ਕਿ ਕਾਲੀ ਧੌਲੀ ਸੰਤਨ ਸੰਗ ਪਾਈਏ ਜੇ ਮਸਤਕ ਲਿਖੇ ਲਲਾਟ। ਵੀ ਸੰਤਾਂ ਦਾ ਸੰਗ ਵੀ ਤਾਂ ਪ੍ਰਾਪਤ ਹੁੰਦਾ ਜੀ ਪਿਛਲੇ ਕਰਮਾਂ ਦਾ ਲੇਖਾ ਜੋਖਾ ਜੇ ਲਿਖਿਆ ਹੈ ਤਾਂ, ਵਰਨਾ ਨਹੀਂ। ਸੋ ਸ਼ੁਕਰ ਕਰੀਏ ਸਤਿਗੁਰੂ ਦਾ, ਸਤਿਗੁਰੂ ਮਾਤਾ ਜੀ ਦਾ। ਭਾਗਾਂ ਵਾਲੇ ਹਾਂ, ਪੂਰਨ ਸਤਿਗੁਰੂ ਮਿਲਿਆ। ਔਰ ਸਤਿਗੁਰੂ ਵਰਗਾ ਕੋਈ ਦਾਤਾ ਹੀ ਨਹੀਂ। ਮੱਤ ਇਹਦੀ ਜੀ ਮੱਤ ਨਹੀਂ, ਅਵਤਾਰ ਬਾਣੀ 'ਚ ਵੀ ਲਿਖਿਆ। ਕਿਉਂਕਿ ਸਤਿਗੁਰੂ 3 ਲੋਕ ਦਾ ਮਾਲਕ ਹੁੰਦਾ ਹੈ। 3 ਲੋਕ ਦਾ, 3 ਲੋਕ 9 ਖੰਡ ਮੇਂ ਗੁਰੂ ਸੇ ਬੜਾ ਨਾ ਕੋਈ। ਇਹ 'ਚ ਕੋਈ ਸ਼ੱਕ ਨਹੀਂ। ਪਰ ਇਸ ਗੱਲ ਨੂੰ ਉਹੀ ਕਹਿਣਗੇ ਜਿਨ੍ਹਾਂ ਨੇ ਗੁਰੂ ਦੀ ਗੱਲ ਨੂੰ ਮੰਨਿਆ, ਜਾਂ ਜਿਨ੍ਹਾਂ ਨੂੰ, ਜਿਹੜੇ ਨਿਰੰਕਾਰ ਨਾਲ ਜੁੜ ਗਏ, ਜਿਨ੍ਹਾਂ ਨੂੰ ਗਿਆਨ ਦੀ ਸਮਝ ਆ ਗਈ ਹੈ, ਜਿਨ੍ਹਾਂ ਨੇ ਗੁਰੂ ਦੀ ਕਦਰ ਕੀਤੀ ਹੈ। ਹਰੇਕ ਬੰਦਾ, ਉਹੀ ਗੱਲ ਆ ਗਈ, ਸੰਸਾਰ 'ਚ ਮਾਇਆ 'ਚ ਫਸਿਆ ਬੰਦਾ, ਉਹ ਗੁਰੂ ਦੀ ਕਦਰ ਨਹੀਂ ਕਰ ਸਕਦਾ, ਗਿਆਨ ਦੀ ਕਦਰ ਹੀ ਨਹੀਂ ਕਰਦਾ।
तो फिर सुख कित्थे, खुशियाँ कित्थे, भगती सच्ची सुच्ची कित्थे। सच्ची सुच्ची भगती करनी बड़ी औखी है। निर्लेप केवल तो केवल प्रभु परमात्मा निरंकार नाल जुड़ के महत्व सतगुरु नूं, निरंकार नूं, संगत मां नूं देना, क्योंकि तिन्न इक्को रूप है। ये गल जिहड़ी दिमाग 'च बहनी बड़ी औखी है भी वाकई तिन्न इक्को है। उन्ना ही संगत नूं महत्व, उन्ना ही गुरु नूं, उन्ना निरंकार नूं। ये जिहड़ी गल है विरलिਆਂ ਦੀ समझ आउंदी है। हैन विरले नहीं घणे फैर फकर संसार। गुरबाणी च जरूर लिखिਆ ਕਹਿੰਦੇ ऐसे जन विरले संसारे, गुरु शब्द विचारे रहे निरारे। ऐसे जन विरले जिहड़े गुरु के शब्द नूं हिरदे 'ਚ विचा के रहंदे आप तरे कुल संगत तारे, तिन सफल जन्म जग आया है। वो आप तो तरदे नाल जिहड़ी संगत उन्हां कोले आउंदी है उन्होंने उतार देंदे ने। पर ऐसे विरले हैन विरले नहीं घणे फैन फकर संसार। सो संत जनों गुरमुखो आओ, ये सोचने वाली विचारने वाली गल है कि सतगुरु ने कृपा करती, निरंकार दे दर्शन करवाते, इहदे नाल जोड़ता। हुण सोचना है कि मैं इहनूं स्वीकार कर लिया, एको जानो एको मानो एको जाओ, एक नूं जान लिया कि वाਕਿਆ मैं इहनूं इस नूं मनदा कि होर पासे मेरी किते झाक है। क्योंकि भगती संसार विच बड़ी तरीके नाल हो रही है, बड़े तरीका नाल, और ऐसा माया जाल है। महापुरुष ज्ञान लैके भी फिर संसार चुल जाते हैं। उही दूजियां पूजा वर्त नेम रखी जाते हैं, पाठ पूजा करी जाते हैं, बड़िया मसाणा ते जाई जाते हैं। फिर ज्ञान लैण दा फायदा कित्थे है? ज्ञान वो तो कहते भी जिवें लिखिया गुरबाणी कि जिन्हां नाम सुहागणी तिन्हां झाक ना होर। जिहड़ी सच्चियां सुहागणां ने, जिहड़े इक्को परमात्मा नाल जुड़ियां ने, वो विरलियां ने। फिर वो किसी होर दी झाक नहीं रखते, किसी मड़ी मिसाणी देवी देवते मूर्ति पूजा पत्थर पूजा नहीं करते। केवल पूजो राम एक ही देवा, सच्चा नावण गुरु की सेवा। कबीर साहब भी तो कहते ना, इको सिमरो नानका तो जल थर रहा समाए, दूजा काई सिमरिए तो जमे ते मर जाए। बाकी तो जिन्नी पूजा है निरंकार तो बगैर सारे जमन मरण वाले ने। यही है जन्म मरण तो रहत। ये जुड़ांगे तो ही मुक्ति एक दिन मिलूगी। होर तो कोई देवी देवत्या की किन्नी मुक्ति कर लो, उन्होंने खुद की मुक्ति नहीं हुई, किसी की मुक्ति की करनगे? वो तो आप लिखिया गुरबाणी इस देही को तरस है बहु देव, सो देही भज हर की सेव, भजो गोबिंद भूल मत जाहा, मानस जन्म कहो ला। सो इस वास्ते जिक्र किया कि हरी सेवा ते भगत कमाई। ये भगती भी हरी की कृपा की नाल है, निरंकार की कृपा के नाल ही मिलती है। पिछले कर्मां की भगती की तो इंसानी जामा मिलता। देवी देवते भी इस इंसानी जामे नूं तरस रहे हैं, पर वो मिल नहीं रहा। क्योंकि देवी देवते ने मंगी वड़ियाई मंगी सी, साडी पूजा होवे, साडा इज्जत मान होवे, साडा टोर होवे, वो हो रहा उन्होंने। उन्हें परमात्मा तो रब तो मंगिया ही सीगा। देवी देवत्या ने भगती उन्होंने मंगी नहीं, ना वो कर सकते हैं, ना वो शरीर चा सकते हैं, ना उन्होंने मुक्ति है। बस वो भगती करके उसे घूमण घेरी तुरे फिरते हैं, संसार उन्होंने पूजा करी जाता है, वो शायद उन्हें जी खुश है। लेकिन ये भगती नहीं, भगती तो निरंकार नूं जान के फिर भगती है। सतगुरु पूरा जिहड़ा वो निरंकार नाल परमात्मा नाल मिला दिंदा है, इह 'च कोई शक वाली गल नहीं। परमात्मा नूं लभण की लोड़ नहीं, है तो हर वे नाल है, ना किते आउंदा ना जांदा है। अनेकां गुरबाणी शब्द ने ऐसे, जिस कर्म धुर लिखे ललाट, सतगुर सेवे खुले कपाट, अंतर बाहर एको सोई, नानक आवे जावे ना कोई। कहते अंदर ही होई तो बाहर ही होई है, ना किते आउंदा ना कि जांदा है। ये तो हर वे खड़ा नाल, हाजर हजूर। कहो नानक गुरबेनी सूझे हरी साजन, सब के निकट खड़ा, तो नाल ही खड़ा, नाल नारायण मेरे यमदूत ना आवन नेड़े। ये तो संत प्यारो नाल ही है। ये तो साडे रोम रोम नाल लग्या, लै ही नहीं सकता, नाल हवांदा लै ना सकदा, जिवें लिखिया ना। ये अख सतगुरु बख्शदा है, ज्ञान अंजन गुरु दिया। जो गुरु ज्ञान वाली अख देंदा है, हे अर्जुन तू इन चमड़ी चाम की आंखों से मुझे देख नहीं सकता, मैं तेरे को दिव्य नेत्र देता हूँ। जो तीजी अख देती ज्ञान दी, फिर कहता तेरे दाएं तेरे बाएं तेरे ऊपर तेरे नीचे तेरे चारों ओर नमस्कार। यही गल सतगुरु हर युग जदों आया एक की है। आओ संत जनों गुरमुखो, वशिष्ठ ने भी राम को ही दिता सी कि राम फूल मसलने में देरी हो सकती है, परमात्मा को पाने में देरी नहीं हो सकती। यही राजा जनक नूं अष्टावक्र ने ज्ञान कराया सी। इस वास्ते संत जनों गुरमुखो, सानूं अख मिली है, रोशनी मिली है, असी सोचना है, असी विचारना है। मेरी भगती सच्ची है कि वाकई जो सच्ची भगती है मैं कर रहा हाँ, कि अंदरों बाहरों मैं इहदे नाल इकमिक हाँ, मैं इहदे नाल जुड़िया। जिवें हरदेव बंड का 64 नंबर श्लोक है,
सच्चे पातशाह बड़ा सोहना कह रहे हैं कि मैं तो हरि का हो गया, अब हरि का जन भी मेरा है, देख रहा हूँ कि हर जन में हरि का ही बसेरा है। कि वाकई मैं सोचना है, मैं विचारना है कि मैं तो हरि का हो गया, मैं वाकई में हरि का हो गया। हरि का मैं किवें होऊंगा? ਜਦੋਂ ਇਹਨੂੰ मैं बना लूँगा अपना, ਇਹਨੂੰ ਹਿਰਦੇ 'ਚ ਵਸਾਊਂਗਾ, ਮਨ ਮੰਦਰ ਜੇ ਬਣਾ ਲੂँਗਾ, ਇਸ ਹਰੀ ਨੂੰ ਪ੍ਰਮਾਤਮਾ ਨੂੰ ਆਪਣੇ ਹਿਰਦੇ 'ਚ ਮਨ 'ਚ ਵਸਾ ਕੇ ਰੱਖੂੰਗਾ, ਫਿਰ ਮੇਰਾ ਹੋ ਗਿਆ ਵਾਕਿਆ ਹੀ। ਔਰ ਜਦੋਂ ਇਹ ਮੇਰਾ ਹੋ ਗਿਆ ਤੇ ਫਿਰ ਜਿੰਨੇ ਵੀ ਹਰੀ ਦੇ ਜਨ ਆ, ਜਿੰਨੇ ਵੀ ਇਹ ਦੁਨੀਆ ਦੇ ਕਾਇਨਾਤ ਆ, ਫਿਰ ਸਾਰੇ ਆਪਣੇ ਆ, ਕਿਉਂਕਿ ਉਹਨਾਂ ਵਿੱਚ ਇਹੀ ਜੋਤ ਕੰਮ ਕਰਦੀ ਹੈ। एक पिता एक सके हम बारक, सगल संग हमको बनाई, ना कोई वैरी नहीं बगाना, कोई वैरी नहीं फिर कोई बगाना नहीं। कि मेरी सोच मेरी बुद्धि बन गई है, मैं हरी नूं बना लिया, सारे मैनू अपने फिर लगणगे जे मैं हरी नूं अपना बना लिया। देख रहा हूँ हर जन्म में हरी का ही बसेरा। कहता फिर मैं जदों ये ज्ञान समझ आ गई, हरी नूं बना लिया अपना, ये एकमिक हो गया, एको जानो एक मानो एको जो, जदों ये नाल एकमिक हो गया, ये हो गया, इनू कल्ले नूं निरंकार नूं पूज रहा, सतगुरु नूं पूज रहा, तो फिर सारे अपने नज़र आउंदे ने, फिर सारिਆਂ ਵਿੱਚ यही जोत नज़र आउंदी है। ऊच ना मानू नीच ना मानू, जात पात भी मानू ना। कहता फिर राम हुण मैं ऊच मंनदा ना नीच, ऊच नहीं तो है ही नहीं, कहते जो रब की कोई जात नहीं, फिर बंदे की की जात है। इस वास्ते मैनू कोई उच्ची नाल नहीं, कोई नीवें नाल मतलब नहीं, ना जात पात मानो, ना किसकी पत कितनी है, पैसे वाला है कि कमज़ोर है, इसकी कितनी इज्जत मान पत है, ना इसकी कोई जात मानो, क्योंकि जात तो है ही नहीं। जात तो एक इंसानियत है, इंसान सारे इंसान आ। मैं सब का हूँ, सब है मेरे, गैर किसी को जानो ना। हुण सारे मेरे, मैं सारिਆਂ ਦਾ, मैं किसी ਨੂੰ बेगाना ਮੰਨਦਾ ही नहीं। ये सोच कदों बनेगी? जो ज्ञान समझ आ गया, ਇਹਦੇ ਨਾਲ ਕਿਵੇਂ ਹੋ ਗਏ, ਇਹਦੇ ਨਾਲ जुड़ गए। रंग ना देखूँ रूप ना देखूँ और वेश ना देखूँ मैं, कहता हुण वेश भूषा भी नहीं देखदा मैं, ना काला गोरा वेखदा, सारे रंग ਇਹਦੇ है। कोई वेश भूषा ਇਹਦੀ है, कोई वो तो देश काल के समय मुताबिक जिथे जिथे कोई रह रहा पूरी उसी वेश भूषा, देश बोली भी उसी है, मैनू कोई फर्क पैण वाला नहीं, क्योंकि जोत तो मेरे हरि दी इहदे विच है ना, मेरे राम दी इहदे विच है। कबीर साहब भी यही कहते सी, मीरा ने भी यही गल कही, रविदास जी ने भी यही गल कही, जिन्हें भगत होए ने सब कहते मेरे राम, मेरा इनू बनाया राम नू, ये बना लिया आनंद, ये भगती फिर बननी इहो जी। प्यार सभी से करता जाऊँ, देश विदेश में देखूँ ना देश वेखा ना विदेश वेखा, सब नाल प्यार, सब नाल प्यार, सारे अपने है। घर दे बच्चे हुंदे आ, मैंबर है, पति पत्नी माँ बाप भैन भरा बच्चे हो गए, वो सारे अपने लगते हैं। क्यों? कि एक परिवार है, इक्को खून है, अंश साढ़े दादे दादी दी या मेरे माँ बाप दी है, सारे अपने। तो ये भी तो सब का पति परमात्मा निरंकार सब का मालिक एक ही है ना। जो समझ आ गई दिल च गल, फिर सारे अपने हैं, सारे प्यारे लगते, सब ना प्यार करता है। तन से उठकर आत्म भाव से अब तो सदा विचरना है। हम बाबा जी की कह रहे, बाबा जी अक्सर क्या करते थे, ये शरीर जो है ये नहीं, मेरा नाम त्रिलोचन सिंह है, मैं ये शरीर है ये नहीं, जो ये अंदर जोत काम कर रही है, जो हरि परमात्मा च वस रहा है, मैं तो वो हाँ, वो निरंकार मेरे अंदर वस रहा है, फिर ये भी निरंकार है, मैं भी निरंकार हाँ। जो ये समझ आ गई दोबारे ना रही है, इस वास्ते ये जो तन है मैं ये नहीं, मेरे अंदर जोत काम करी हो, ये तो पंच तुद दा पुतला, ये मकान है, रहन बसेरा है, पिंड है, तो ये शरीर दा गड्डी है, दी आत्मा दी चल रही है, इन्हूं कुछ भी हो सकता है, लेकिन आत्मा तो कुछ नहीं होंदा। आत्मा के दो ही रोग सी, अहम दा झूठा वो भी गुरु ने मिटाता, और 84 का ये भी गुरु ने कढ़ता, पर कट्टेगा तद जे इहदे नाल एक मैं कहा जिन्हें हृदय च वसाया, या आखिरी दम तक ये निभ गई ਤਾਂ मुक्ति है, वरना नहीं। ये नहीं भी ज्ञान ले लिया हुण की लोड़ है, सत्संग जाण दी हुण सिमरन की की लोड़ है, फिर तो उत्थे खड़े हाँ, फिर तो किसी जे बैठ के रस्सी खोली नहीं जी बाबा जी मैं क्या करते थे। संतो आओ ये विचारने वाली गल है, मेरी भक्ति कैसी है। तन से उठकर आत्म भाव से अब तो सदा विचरना है। आत्मा ये तो मेरे नाते जेडे आत्मा दे है, जिन्हें भी मेरे महापुरुष मेरे घर के मैंबर है, जो संत महात्मा मेरी ब्रांच दे है या बाहर दे है, सारी साड़ी आत्मा का प्यार है। देखो कितना प्यार है, दूर दूर तक विदेशों तक महात्मा इन्हों लॉकडाउन के दौरान इन्होंने ग्रुपों के दौरान मिलाप होया, 10 नाल अनेकों ही महात्मा, कोई ना कोई रोज़ एक अद्धा फोन आया रहा है, त्रिलोचन सिंह बोलते हाँ जी वाह जी। दास ने मैं पूछा जी कितों आई, दास जी आप जी नहीं जानते जी, आप जी की अवतार बाणी सुनी सी, हरदेव बाणी सुनी सी, विचार सुने सी, बहुत वधिया लगे।
ਅਰੇ ਕਿਉਂ ਵਧੀਆ ਲੱਗੇ? ਕਿਉਂਕਿ ਅਸੀਂ ਹਰੀ ਦੀ ਗੱਲ ਕਰਦੇ ਹਾਂ, ਅਸੀਂ ਗੁਰੂ ਦੀ ਗੱਲ ਕਰਦੇ ਹਾਂ। ਅਸੀਂ ਗੁਰੂ ਨੂੰ ਜੁੜ ਕੇ, ਨਿਰੰਕਾਰ ਨਾਲ ਜੁੜ ਕੇ ਗੱਲ ਕਰਾਂਗੇ, ਸਭ ਨੂੰ ਪਿਆਰੀ ਲੱਗੇਗੀ। ਤੋ ਇੱਥੇ ਇਹ ਜ਼ਿਕਰ ਹੈ, ਤਨ ਤੋਂ ਉੱਠ ਕੇ ਆਤਮ ਭਾਵ ਨਾਲ ਜੀਣਾ ਹੈ। ਸਿਰਫ ਤੂੰ ਹੀ ਤੂੰ, ਮੈਂ ਤਾਂ ਹੈ ਹੀ ਨਹੀਂ। ਆਨੰਦ ਵਾਲਾ ਜੋ ਰਸਤਾ ਹੈ ਉਸ ਪਰ ਹੀ ਪੱਗ ਧਰਨਾ ਹੈ। ਆਨੰਦ ਵਾਲਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਸਤਿਗੁਰੂ ਤਾਂ ਪਾ ਲਿਆ, ਫਿਰ ਆਨੰਦ ਆਇਆ। ਜੇ ਨਹੀਂ ਆਇਆ ਬੜੀਆਂ ਕਮੀ ਹੈ, ਕਿਤੇ ਨਾ ਕਿਤੇ ਚੂਕ ਹੈ, ਕਿਉਂਕਿ ਆਨੰਦ ਤਾਂ ਆਇਆ ਹੀ ਨਹੀਂ ਫਿਰ, ਕਿਉਂਕਿ ਜੁੜੇ ਹੀ ਨਹੀਂ ਨਾ ਸਤਿਗੁਰੂ ਨਾਲ, ਨਾ ਨਿਰੰਕਾਰ ਨਾਲ। ਗਿਆਨ ਦੀ ਸਮਝ ਨਹੀਂ ਆਈ, ਨਾ ਫਿਰ ਮਹਾਂਪੁਰਸ਼ਾਂ ਨਾਲ, ਸੰਗਤ ਨਾਲ। ਆਨੰਦ ਕਿੱਥੋਂ ਆਊਗਾ? ਇੱਥੇ ਆਨੰਦ ਦਾ ਜ਼ਿਕਰ ਕੀਤਾ ਹੈ। ਆਨੰਦ ਵਾਲਾ ਜੋ ਰਸਤਾ ਹੈ ਉਸੇ ਪਰ ਪੱਗ ਧਰਨਾ, ਪੈਰ ਉਸੇ ਧਰਨਾ ਜਿਹੜਾ ਆਨੰਦ ਵਾਲਾ ਰਸਤਾ ਹੈ। ਸੱਚੀ ਸੁੱਚੀ ਭਗਤੀ, ਪ੍ਰੀਤ ਵਾਲੀ, ਪਿਆਰ ਵਾਲੀ, ਵੈਰ ਵਿਰੋਧ ਨਫ਼ਰਤ ਨੂੰ ਤਿਆਗ ਕੇ ਬਿਲਕੁਲ ਪਿਆਰ ਹੀ ਪਿਆਰ, ਸਾਰੇ ਆਪਣੇ, ਨਾ ਕੋਈ ਵੈਰੀ ਨਹੀਂ ਬਗਾਨਾ, ਮਿੱਠੀ ਬੋਲੀ, ਸਹਿਨਸ਼ੀਲਤਾ, ਮਾफ़ ਕਰਨਾ। ਕਿਸੇ ਨੇ ਕੁਛ ਵੀ ਕਹਿਤਾ ਕੋਈ ਗੱਲ ਨਹੀਂ, ਜੋ ਹੋ ਰਿਹਾ ਸੱਚੇ ਪਾਤਸ਼ਾਹ ਤੇਰੇ ਹੁਕਮ 'ਚ ਹੋ ਰਿਹਾ। ਜੇ ਮਹਾਤਮਾ ਕੋਈ ਗਲਤ ਬੋਲ ਰਿਹਾ, ਤੇਰੇ ਹੁਕਮ 'ਚ, ਤੂੰ ਹੀ ਬੁਲਾਉਣ ਵਾਲਾ, ਤੂੰ ਜਾਣ, ਤੇਰਾ ਕੰਮ ਜਾਣੇ, ਮੈਨੂੰ ਕੀ ਹੈ। ਇਹ ਭਾਵ ਬਣਾਉਣਾ ਬੜਾ ਔਖਾ ਹੈ। ਜੇ ਬਣ ਗਿਆ ਤੋ ਹਰੇ ਨਾਰੇ ਹੈ। ਕਹੇ ਹਰਦੇਵ ਹਰ ਇੱਕ ਜਨ ਕੋ ਹਰੀ ਕਾ ਸੰਗ ਮਿਲਾਣਾ ਹੈ। ਇਹ ਸਾਡੀ ਡਿਊਟੀ ਹੈ। ਅਸੀਂ ਖੁਦ ਸੁਖੀ ਹੋਏ ਹਾਂ, ਅਸੀਂ ਇਸ ਨਿਰੰਕਾਰ ਨਾਲ ਜੁੜੇ ਹਾਂ, ਪਰਮਾਤਮਾ ਨਾਲ, ਹਰੀ ਨਾਲ ਜੁੜੇ ਹਾਂ। ਦੂਜਿਆਂ ਨੂੰ ਵੀ ਜੋੜਨ ਦੀ, ਦੂਜੇ ਨੂੰ ਮਿਲਾਉਣ ਦੀ ਕੋਸ਼ਿਸ਼ ਕਰਨੀ ਹੈ, ਪੂਰਾ ਪ੍ਰਯਾਸ ਕਰਨਾ ਹੈ। ਆਓ ਰੱਬ ਦੇ ਦਰਸ਼ਨ ਪਾ ਲਓ, ਸੰਦੇਸ਼ਾ ਹੈ ਇਨਸਾਨਾਂ ਨੂੰ। ਫਿਰ ਵੀ ਕੋਈ ਅਗਰ ਨਹੀਂ ਜੁੜਦਾ, ਫਿਰ ਐਂ ਸਮਝ ਲਓ ਉਹਦੀ ਭਾਗ ਹੈ, ਉਹਦੀ ਕਰਮਾਂ 'ਚ ਨਹੀਂ, ਉਹਦੀ ਕਿਸਮਤ 'ਚ ਚੀਜ਼ ਨਹੀਂ ਹੈ। ਕਿਉਂਕਿ ਬਿਨ ਭਾਗਾਂ ਸਤ ਸੰਗ ਨਾ ਲੱਭੈ। ਬਗੈਰ ਭਾਗਾਂ ਤੋਂ ਸਤਸੰਗ ਨਹੀਂ ਮਿਲਦੀ। ਬਿਨ ਭਾਗਾਂ ਸਤਸੰਗ ਨਾ ਲੱਭੈ। ਬਿਲਕੁਲ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਅਤੇ ਭਰਮਹੀਨ ਜਿਹੜੇ ਚੋਟਾਂ ਖਾਂਦੇ ਆ, ਜੋ ਭਾਗ ਹੈ, ਜਿਹਨਾਂ ਦੇ ਭਾਗ ਮਾੜੇ ਨੇ, ਉਹ ਚੋਟਾਂ ਖਾਂਦੇ ਨੇ। ਬਿਨ ਭਾਗਾਂ ਸਤਸੰਗ ਨਾ ਲੱਭੇ, ਅਤੇ ਬਿਨ ਸਤਸੰਗ ਮੈਲ ਭਰੀਜੇ ਜੀ। ਬਗੈਰ ਸਤਸੰਗ ਤੋਂ ਜਿਹੜੀ ਮੈਲ ਹੈ ਹਿਰਦੇ ਵਿੱਚ, ਦੂਰ ਹੀ ਨਹੀਂ ਹੁੰਦੀ, ਮਿਟ ਹੀ ਨਹੀਂ ਸਕਦੀ। ਇਸ ਵਾਸਤੇ ਸੰਤ ਜਨੋਂ, ਗੁਰਮੁਖੋ, ਜਿਨ੍ਹਾਂ ਦੇ ਫਿਰ ਭਾਗ ਹੀ ਨਹੀਂ, ਉਹ ਨਹੀਂ ਜੁੜਦੇ। ਪਰ ਅਸੀਂ ਆਪਣਾ ਪ੍ਰਯਾਸ ਹਰ ਵੇਲੇ ਜੋੜ ਕੇ ਰੱਖਣਾ, ਗੁਰੂ ਦਾ ਕੰਮ ਕਰਨਾ। ਬਾਬਾ ਅਵਤਾਰ ਸਿੰਘ ਜੀ ਕਿਆ ਕਰਦੇ ਸੀ? ਮੇਰਾ ਕੰਮ ਤੁਸੀਂ ਕਰ ਰਹੇ ਹੋ? ਮਹਾਂਪੁਰਸ਼ਾਂ ਨੂੰ ਪੁੱਛਿਆ, ਬਾਬਾ ਜੀ ਦੱਸੋ। ਹਾਂ ਕਰਦੇ ਹਾਂ ਜੀ। ਕੋਈ ਕਹਿੰਦਾ ਜੀ ਮੈਂ ਆਹ ਕਰਦਾ, ਮੈਂ ਆਹ ਸੇਵਾ ਕਰਦਾ, ਮੈਂ ਉਹ ਕਰਦਾ। ਬਾਬਾ ਕਹਿੰਦੇ ਨਹੀਂ, ਇਹ ਨਹੀਂ। ਬਾਬਾ ਜੀ ਕਹਿੰਦੇ ਵੀ ਤੁਸੀਂ ਬਾਬਾ ਜੀ ਨੂੰ ਕਹਿੰਦੇ ਦੱਸ ਦਿਓ। ਬਾਬਾ ਜੀ ਕਹਿੰਦੇ ਮੇਰਾ ਕੰਮ ਇਹ ਹੈ, ਗੁਰੂ ਦਾ ਸੰਦੇਸ਼ ਘਰ ਘਰ ਵਿੱਚ ਪਹੁੰਚਾਈਏ, ਹੋਰਾਂ ਨੂੰ ਵੀ ਨਾਲ ਜੋੜੀਏ। ਹਰੀ ਕਾਹੀ ਗੁਣਗਾਨ ਹੋ ਜਿਸਮੇ ਐਸਾ ਜਹਾਂ ਬਸਾਨਾ। ਐਸਾ ਕਹਿੰਦੇ ਬਾਬਾ ਜੀ ਕਹਿੰਦੇ ਜਹਾਨ ਵਸਾਉਣਾ ਕਿ ਹਰੀ ਦਾ, ਪਰਮਾਤਮਾ ਦਾ, ਨਿਰੰਕਾਰ ਦਾ ਹੀ ਜਸ ਹੋਵੇ, ਜਿੱਧਰ ਵੇਖੀਏ ਤੂੰ ਹੀ ਤੂੰ, ਤੂੰ ਹੀ ਤੂੰ। ਸੋ ਇਹ ਹੈ ਭਗਤੀ ਸੰਤ ਜਨੋਂ, ਸੱਚੀ ਸੁੱਚੀ, ਪਿਆਰ ਵਾਲੀ, ਪ੍ਰੀਤ ਵਾਲੀ, ਨਿਮਰਤਾ ਵਾਲੀ, ਸਹਿਨਸ਼ੀਲਤਾ ਵਾਲੀ। ਗੁਰਸਿੱਖ ਬਣ ਕੇ ਗੁਰਮਤਿ ਵਿੱਚ ਰਹਿ ਕੇ ਜੀਣਾ ਜ਼ਿੰਦਗੀ। ਗੁਰੂ ਵੱਲ ਮੁੱਖ ਰੱਖਣਾ ਹਰ ਵੇਲੇ। ਜੇ ਗੁਰੂ ਵੱਲ ਮੁੱਖ ਹੈ ਫਿਰ ਗੁਰਮੁਖ ਹੈ, ਵਰਨਾ ਨਹੀਂ। ਗੁਰਮੁਖ ਕਾ ਹੈ ਵਾਸ ਜਹਾਂ ਪਰ ਸੁੱਖਾਂ ਕਾ ਵਹਾਂ ਬਸੇਰਾ ਹੈ। ਜੇ ਗੁਰੂ ਦੀ ਗੱਲ ਮੰਨਦੇ ਆ, ਗੁਰੂ ਵੱਲ ਮੁੱਖ ਹੈ, ਤਾਂ ਫਿਰ ਸੁੱਖ ਹੀ ਸੁੱਖ ਨੇ ਘਰ ਵਿੱਚ, ਖੁਸ਼ੀਆਂ ਨੇ, ਆਨੰਦ ਨੇ। ਉਹ ਹੈ ਨਾ ਕੋਈ ਸ਼ੀਨ ਜਪਟ ਹੈ, ਸ਼ੀਨਾ ਜਪਟ ਹੈ, ਵਹਾਂ ਨਾ ਤੇਰੀ ਮੇਰੀ, ਫਿਰ ਵਹਾਂ ਤੇਰ ਮੇਰ ਨਹੀਂ ਹੈ, ਕੋਈ ਸ਼ੀਨਾ ਜਪਟੀ ਨਹੀਂ ਹੈ। ਕਿਸੇ ਦਾ ਖੋਹ ਕੇ ਨਹੀਂ ਖਾਂਦੇ, ਆਪਣਾ ਹੱਕ ਦੀ ਕਮਾਈ ਦਸਾਂ ਨੌਂ ਦੀ ਕਿਰਤ ਕਰਕੇ ਖਾਂਦੇ ਨੇ। ਕਿਸੇ ਦਾ ਭਲਾ ਕਰਦੇ ਨੇ, ਕਿਸੇ ਦੇ ਕੰਮ ਆਉਂਦੇ ਨੇ, ਕਿਸੇ ਦੀ ਮਦਦ ਕਰਦੇ ਨੇ ਗੁਰਸਿੱਖ। ਔਰ ਫਿਰ ਅੱਗੇ ਲਿਖਿਆ, ਗੁਰਮਤਿ ਕਾ ਹੈ ਵਾਸ ਜਹਾਂ ਪਰ ਵਹਾਂ ਗੁਰੂ ਕੀ ਰਹਿਮਤ ਹੈ। ਉੱਥੇ ਵੀ ਗੁਰੂ ਦੀ ਰਹਿਮਤ ਵਰਸਦੀ ਹੈ, ਜਿੱਥੇ ਗੁਰਮਤਿ ਹੈ, ਜਿੱਥੇ ਗੁਰੂ ਵੱਲ ਮੁੱਖ ਹੈ, ਜਿੱਥੇ ਗੁਰੂ ਦਾ ਇੱਕ ਵਚਨ ਮੰਨ ਕੇ ਚੱਲ ਰਹੇ ਹਾਂ। ਇਹ ਭਗਤੀ ਸੱਚੀ ਸੁੱਚੀ ਹੈ, ਇਹ ਹੈ ਸੱਚੀ ਭਗਤੀ। ਅਸੀਂ ਸੋਚਣਾ ਹੈ, ਵਿਚਾਰਨਾ ਹੈ, ਵਾਕਿਆ ਮੈਂ ਇਹ ਭਗਤੀ ਕਰ ਰਿਹਾ ਕਿ ਵੈਰ ਵਿਰੋਧ ਨਮਸਤੇ ਨਿੰਦਿਆ 'ਚ ਫਸਿਆ, ਕਿ ਮਾਇਆ ਦੀ ਦੌੜ ਹੈ ਮੇਰੀ, ਕਿ ਧੀਆਂ ਪੁੱਤਰਾਂ 'ਚ ਫਸਿਆ, ਕਿ ਚੌਧਰ ਕੁਰਸੀਆਂ ਦੀ ਮੈਨੂੰ, ਕਿ ਮੇਰੀ ਦੌੜ ਕੁਛ ਹੋਰ ਹੈ। ਹਰ ਵੇਲੇ ਧੰਦਿਆਂ 'ਚ ਫਸਿਆ, ਵਡਾਈਆਂ 'ਚ ਫਸਿਆ, ਨਿੰਦਿਆ ਕਦੀ ਕਿਸੇ ਦੀ ਕਰਤੀ, ਕਦੇ ਕਿਸੇ ਦੀ ਕਰਤੀ, ਕਿਤੇ ਮੈਂ ਇੱਥੇ ਨਹੀਂ ਫਸ ਗਿਆ। ਇਹ ਭਗਤੀ ਨਹੀਂ ਹੈ ਸੰਤੋ। ਫਿਰ ਇਹ ਜਿੰਨਾ ਇਹ ਵੀ ਕੰਮ ਕਰੀਏ, ਭਾਵੇਂ ਰਾਤ ਦਿਨ ਸਤਸੰਗ 'ਤੇ ਵੀ ਜਾਈ ਜਾਵੋ, ਕੋਈ ਫਰਕ ਨਹੀਂ ਪੈਣ ਵਾਲਾ। ਉਹਦੇ ਨਾਲ ਦੇ ਇਕੱਠੇ ਜਾਣਾ ਬਰਾਬਰ। ਬਾਬਾ ਜੀ ਵੀ ਕਿਹਾ ਕਰਦੇ ਨਾ ਕਿ ਖਰਚਾ ਜਿਹੜਾ ਉਹ ਜ਼ਿਆਦਾ ਹੈ, ਆਮਦਨ ਘੱਟ ਹੈ, ਸਿਮਰਨ ਥੋੜ੍ਹਾ, ਸਤਸੰਗ ਘੱਟ ਕਰ ਦਿਓ, ਅਤੇ ਬੁਰਾਈਆਂ, ਵੈਰ ਵਿਰੋਧ ਨਫ਼ਰਤ, ਨਿੰਦਾ, ਚੁਗਲੀਆਂ ਇਹ ਜ਼ਿਆਦਾ ਕਰ ਰਿਹਾ, ਫਿਰ ਗੱਲ ਬਣਨ ਵਾਲੀ ਨਹੀਂ। ਇੱਥੇ ਬਾਬਾ ਜੀ ਤਾਂ ਕਹਿੰਦੇ ਨੇ, ਗੁਰਮਤਿ ਕਾ ਹੈ ਵਾਸ ਜਹਾਂ ਪਰ ਵਹਾਂ ਗੁਰੂ ਕੀ ਮਦਦ। ਜਿੱਥੇ ਗੁਰਮਤਿ ਹੈ, ਆਨੰਦ ਹੀ ਆਨੰਦ ਹੈ, ਵਹੀਂ ਪੇ ਹੋਤੀ ਬਰਕਤ। ਫਿਰ ਬਰਕਤ ਵੀ ਉਸ ਘਰ 'ਚ ਪੈਂਦੀ ਹੈ। ਥੋੜ੍ਹੀ ਕਮਾਈ ਵਿੱਚ ਵੀ ਬਰਕਤ ਪੈਂਦੀ ਹੈ, ਜਿੱਥੇ ਗੁਰੂ ਦੇ ਹੁਕਮ 'ਚ, ਗੁਰੂ ਦੇ ਭਾਣੇ ਵਿੱਚ ਸੱਚੀ ਸੋਚੀ, ਖਾਂਦੇ ਪੀਂਦੇ, ਉੱਠਦੇ ਬਹਿੰਦੇ, ਤੂੰ ਹੀ ਨਿਰੰਕਾਰ, ਮੈਂ ਤੇਰੀ ਸ਼ਰਨ। ਘਰੋਂ ਨਿਕਲਣਾ ਤੂੰ ਹੀ ਨਿਰੰਕਾਰ, ਸੱਚੇ ਪਾਤਸ਼ਾਹ ਨਾਲ ਚੱਲੋ, ਕਿਉਂਕਿ ਨਾਲ ਹੀ ਹੈ, ਤਾਂ ਇਹਦੇ ਨਾਲ ਹੀ ਜਾਣਾ ਇਹਨੇ। ਇਹ ਸਾਹਸ ਹੈ ਕਿ ਨਹੀਂ ਸਾਨੂੰ? ਮੈਨੂੰ ਇਹ ਸੋਚਣਾ ਵੀ ਮੈਨੂੰ ਸਾਹਸ ਹੈ, ਮੇਰੇ ਨਾਲ ਚੱਲਿਆ। ਜੇ ਧਿਆਨ 'ਚ ਨਹੀਂ, ਚੇਤੇ ਹੀ ਨਹੀਂ, ਯਾਦ ਹੀ ਨਹੀਂ, ਫਿਰ ਗੱਲ ਬਣਨ ਵਾਲੀ ਨਹੀਂ। ਹਰ ਵੇਲੇ ਹਿਰਦੇ 'ਚ, ਜਹਨ 'ਚ ਗੱਲ ਰਵੇ
कि हुण ਚੱਲਿਆ ਮੇਰੇ ਨਾਲ ਹੀ ਹੈ, ਤੂੰ ਹੀ ਨਿਰੰਕਾਰ। ਸਿਮਰਨ ਕਰਕੇ ਚੱਲੀਏ। ਕਾਰੋਬਾਰ 'ਤੇ ਪਹੁੰਚ ਗਿਆ, ਸਿਮਰਨ ਕਰਕੇ ਸ਼ੁਰੂ ਕਰੋ। ਸਾਰਾ ਦਿਨ ਕੰਮ ਕੀਤਾ ਵਿੱਚ ਵਿੱਚ ਤੁਸੀਂ ਨਿਰੰਕਾਰ, ਨਾਲੇ ਆਪਣਾ ਕਾਰ ਤੁਰਨ ਲੱਗੇ ਸੱਚੇ ਪਾਤਸ਼ਾਹ। ਦਿਨ ਸੋਹਣਾ ਤੇਰੀ ਕਿਰਪਾ ਨਾਲ ਬੀਤੀਏ ਪਾਤਸ਼ਾਹ। ਹੁਣ ਘਰੇ ਚੱਲੀਏ, ਬੱਚਿਆਂ 'ਚ ਚੱਲੀਏ। ਕੀ ਵਾਕਿਆ ਮੇਰਾ ਜੀਵਨ ਐਸਾ ਹੈ? ਜੇ ਹੈ ਤਾਂ ਭਾਗਾਂ ਵਾਲੇ ਹੋ, ਮੁਬਾਰਕ ਹੈ, ਮੁਬਾਰਕ ਹੈ। ਜੇ ਨਹੀਂ ਤਾਂ ਫਿਰ ਐਸਾ ਜੀਵਨ ਬਣਾਈਏ, ਐਸਾ ਕਰਮ ਕਰੀਏ ਅਸੀਂ। ਫਿਰ ਭਗਤੀ ਮਜ਼ੇ ਵਾਲੀ ਹੈ, ਜਿੱਥੇ ਅੱਗੇ ਬਾਬੂ ਜੀ ਕਹਿੰਦੇ ਨੇ ਕਿ ਗੁਰਮਤਿ ਕਾ ਹੈ ਵਾਸ ਜਹਾਂ ਪਰ, ਜਿੱਥੇ ਪਿਆਰ ਹੀ ਪਿਆਰ ਹੈ। ਕੀ ਵਾਕਿਆ ਮੇਰੇ ਰੋਮ ਰੋਮ ਵਿੱਚ ਪਿਆਰ ਹੈ ਪ੍ਰਮਾਤਮਾ ਨਾਲ, ਨਿਰੰਕਾਰ ਨਾਲ? ਕਿਉਂਕਿ ਭਗਤੀ ਪਿਆਰ ਬਿਨਾਂ ਨਹੀਂ, ਅਤੇ ਭਗਤੀ ਬਿਨ ਬੇੜਾ ਪਾਰ ਨਹੀਂ। ਗੁਰੂ ਦਿਖਾਵੇ ਗੁਰੂ ਮਨਾਵੇ, ਗੁਰੂ ਪਿਆਰ ਸਿਖਾਉਂਦਾ। ਗੁਰੂ ਬਿਨ ਗੁਰੂ ਭਗਤੀ ਮੂਲ ਨਾ ਹੋਵੇ, ਜੋ ਕਰਦਾ ਪਛਤਾਉਂਦਾ। ਗੁਰੂ ਸਾਨੂੰ ਮਿਲ ਗਿਆ, ਨਿਰੰਕਾਰ ਮਿਲ ਗਿਆ, ਸੰਤ ਮਿਲ ਗਏ, ਮਹਾਤਮਾ ਮਿਲ ਗਏ। ਕਿ ਮੈਂ ਸੱਚੀ ਸੁੱਚੀ ਭਗਤੀ ਗੁਰੂ ਦੇ ਹੁਕਮ 'ਚ ਭਾਣੇ 'ਚ ਰਹਿ ਕੇ ਕਰ ਰਿਹਾ ਹਾਂ। ਵਿਚਾਰਨ ਵਾਲੀ ਸੰਤ ਜਨੋਂ ਗੱਲ ਇਹ ਹੈ। ਔਰ ਜਿਹੜੇ ਗੁਰਸਿੱਖ ਐਸੇ ਨੇ, ਫਿਰ ਗੁਰੂ ਵੀ ਉਹਨਾਂ ਦੇ ਬਾਰੇ ਜਾਂਦਾ ਹੈ। ਲਿਖਿਆ ਹੈ 82 ਸ਼ਲੋਕ 'ਚ, ਧन्य वही गुरसिख हैं जिस पर सतगुरु को विश्वास। मैं विचारा कि मैनू मेरे ते सतगुरु इन्ना विश्वास किया है, मेरे ते करदा है, करेगा तां ही ना जे मेरा कर्म सही है, मेरी भगती सही है, मैं बिल्कुल गुरु के हुक्म मुताबिक चल रहा। फिर गुरु तो मेरे ते खुश है, तो फिर वारे नहीं आ रहा, फिर आपे काम करदा, आपे हुंदे चले जांदे, अरदास कराउण दी लोड़ भी नहीं पैंदी। ये ठोस मजबूत गल है संत प्यारे, पक्की गल है। एक राय कदे हो के तो वेखीए, ये मुताबिक जीवन ढाल के तो वेखीए। धन्य वही गुरसिख है जिस पर नज़र गुरु की खास है, जिथे गुरु की रहमत नज़र खास है। चांदना साहब कहते थे ना भी असीं ऐसे कर्म तो नहीं कर रहे कि सच्चे पातशाह माता जी ये सोचण कि मैं तो ज्ञान दे के गलती की है। ये छोटी जी गल नहीं है संतो, सारे ते लागू है। बख्श लेना, बख्श लेना, बख्श लेना। जो वचनदास कह रहा, डर लगता इन्हां गल्लां ते। आओ साडा कर्म, साडी बोली वधिया मिठी प्यार प्रीत वाली, गुरु के हुक्म मुताबिक साडा जीवन साडा कर्म होवे। मान वड़ाइयां च ना पै जाइए। मान वड़ाई जो ना चाहे उस पर गुरु को मान है। जिहड़ा मान वड़ाइयां नहीं चाहुंदा, बड़े बड़े अहुदे दे दो फिर भी नीचे नमाणे बन के, तो सानूं ते पानी की ड्यूटी लग जाए तां भी साडा दिमाग उच्चा हो जाता है। बचना इन्हां गल्लां तो। सच्चे पातशाह ने जिक्र करिया सी लॉकडाउन च, बचना है, बचना है। कदम कदम पर ऐसे जन का सतगुर रखदा ध्यान है। सतगुर उहदा ही ध्यान रखदा जिहड़ा कदम कदम ते इन्हां चीज़ां तो बचदा है, वैर विरोध नफरत तो, बुराइयां तो। गुरु के आगे बिकने वाला मूल्यवान हो जाता। जिहड़ा गुरु दे अगे विक गया, गुरु के चरणों झुक गया, वो मूल्यवान हो गया, कीमत पै गई। जिहड़ा गुरु दरबार च विक गया, मुख उजला हो जाता, उसका दुनिया में यश पाता है। जिन्ना सतगुरु पूजया तिन्ना पूज करावा। गुरबाणी च लिखा जिन्ना सतगुरु नूं पूज लिया उन्हां दी पूजा करवांदा है, जय जय करवा दिंदा है। करके देखो। गुरु के दिल में जिस गुरसिख ने अपनी जगह बनाई है, क्या बात है। संतोष जिहड़ी जिहड़ी विच इन्हां बच्चों नूं सुन रहा, सोचिए, विचारिए कि गुरु के दिल में जिस गुरसिख ने अपनी जगह बना ली है। मैं अपनी जगह गुरु के दिल च बनाई है। एवें नहीं बन जानी, गुरु एवें नहीं खुश हो जाना गल्लां नाल, कर्म नाल होना है। ज्ञान कर्म में ढल जाए तो जीवन का श्रृंगार बने। कहे अवतार हरदेव गुरु भगती की कला उसी को आई है। उन्होंने कला आ गई जिहड़ा गुरु नूं अपने हिरदे च वसा लिया, अपने हिरदे च गुरु नूं थां देती ते अपनी थां गुरु दे हिरदे च वसा ली, बना ली। वो संत जन प्यारा है, ਉਹਦੀ भगती सच्ची सुच्ची है। वो प्रवान हो गया, ਉਹਦਾ आखिरी दम तक तोड़ निभ जानी है। और मुक्ति का हकदार वही बनना जो लक्ष्य जिंदगी दे विच इंसान का है, वो पूरा उस गुरसिख का होना। सो संतो आओ, बख्श लेना। जिन्हें भी दास ने वचन कहे, बाबा जी जो चारे ने उही कहे ने, माता जी चारे उही कहे ने। फिर भी किते किसी गुरसिख नूं संत जनों कोई शब्द अच्छा ना लगे, दास की झोली च पा लेना और चरणों लाई रखना। दास भी गरीबड़ा जा इंसान, एक बच्चा छोटा जा गुरु दर दा एक बच्चा है,